ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਦੋ ਭਰਾਵਾਂ ਦੀ ਇੱਕ ਪਤਨੀ, ਇਹ ਰਾਜ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਮੇਰਾ ਨਾਮ ਰਜਨੀ ਹੈ। ਮੈਂ ਆਪਣੇ ਮਾਤਾ ਪਿਤਾ ਨਾਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਅਤੇ ਮੇਰਾ ਬਚਪਨ ਡਰਾਵਣੇ ਸੁਪਨੇ ਦੀ ਤਰ੍ਹਾਂ ਸੀ। ਮੇਰੀ ਕਿਸਮਤ ਨੇ ਮੇਰੇ ਨਾਲ ਇੱਦਾਂ ਖੇਡ ਖੇਡਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਬਾਅਦ ਵੀ ਆਪਣੇ ਅਤੀਤ ਨੂੰ ਨਹੀਂ ਭੁੱਲ ਸਕਦੀ ਸੀ। ਮੇਰੇ ਮਾਤਾ ਪਿਤਾ ਕਦੇ ਨਹੀਂ ਚਾਹੁੰਦੇ ਸੀ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਅਤੇ ਮੈਂ ਆਪਣੇ ਹੀ ਘਰ ਵਿੱਚ ਕੈਦੀ ਬਣ ਕੇ ਰਹਿ ਜਾਵਾਂ। ਇਸ ਲਈ ਮੇਰੀ ਮਾਂ ਨੇ ਮੈਨੂੰ ਸਾਰੇ ਲੋਕਾਂ ਤੋਂ ਲੁਕੋ ਕੇ ਮੇਰੀ ਭੂਆ ਕੋਲ ਭੇਜ ਦਿੱਤਾ। ਉਹਨਾਂ ਦੇ ਵੀ ਕੋਈ ਬੱਚਾ ਨਹੀਂ ਸੀ, ਇਸ ਲਈ ਮੇਰੀ ਭੂਆ ਅਤੇ ਫੁੱਫੜ ਨੇ ਮੈਨੂੰ ਸਕੀ ਔਲਾਦ ਤੋਂ ਵੀ ਜ਼ਿਆਦਾ ਸਮਝਿਆ। ਮੈਨੂੰ ਪੜ੍ਹਾਇਆ ਲਿਖਾਇਆ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਕਰ ਦਿੱਤਾ। ਹੁਣ ਮੈਂ ਸ਼ਹਿਰ ਵਿੱਚ ਇੱਕ ਕੰਪਨੀ ਵਿੱਚ ਨੌਕਰੀ ਕਰ ਰਹੀ ਸੀ। ਮੈਂ ਬਹੁਤ ਘੱਟ ਬੋਲਦੀ ਸੀ। ਮੈਨੂੰ ਲੋਕਾਂ ਨਾਲ ਜ਼ਿਆਦਾ ਮਿਲਣਾ ਜੁਲਣਾ ਪਸੰਦ ਨਹੀਂ ਸੀ। ਮੈਂ ਸਵੇਰ ਨੂੰ ਆਪਣੀ ਨੌਕਰੀ ਲਈ ਜਾਂਦੀ ਅਤੇ ਸ਼ਾਮ ਨੂੰ ਘਰ ਵਾਪਸ ਆਉਂਦੀ ਸੀ। ਘਰ ਵਾਪਸ ਆਉਣ ਤੋਂ ਬਾਅਦ ਮੇਰੀ ਭੂਆ ਮੈਨੂੰ ਖਾਣਾ ਖਵਾਉਂਦੀ ਅਤੇ ਮੇਰੇ ਲਈ ਚਾਹ ਬਣਾਉਂਦੀ। ਫਿਰ ਅਸੀਂ ਦੋਵੇਂ ਗੱਲਾਂ ਕਰਨ ਲੱਗਦੇ ਅਤੇ ਗੱਲਾਂ ਕਰਦੇ ਕਰਦੇ ਕਦੋਂ ਸਮਾਂ ਨਿਕਲ ਜਾਂਦਾ ਸਾਨੂੰ ਪਤਾ ਹੀ ਨਾ ਲੱਗਦਾ। ਪਰ ਮੈਨੂੰ ਜਦੋਂ ਵੀ ਆਪਣੇ ਅਤੀਤ ਦੀ ਯਾਦ ਆਉਂਦੀ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ। ਪਰ ਭੂਆ ਅਤੇ ਫੁੱਫੜ ਦੇ ਪਿਆਰ ਨੇ ਮੇਰੇ ਅਤੀਤ ਨੂੰ ਭੁੱਲਣ ਨੂੰ ਮਜਬੂਰ ਕਰ ਦਿੱਤਾ ਸੀ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲੱਗੀ ਸੀ। ਇੱਕ ਦਿਨ ਮੇਰੀ ਕੰਪਨੀ ਵਿੱਚ ਇੱਕ ਨਵਾਂ ਮੈਨੇਜਰ ਆਇਆ। ਉਹ ਬਹੁਤ ਜ਼ਿਆਦਾ ਸੋਹਣਾ ਅਤੇ ਸੁਨੱਖਾ ਸੀ। ਦਫ਼ਤਰ ਦੀਆਂ ਸਾਰੀਆਂ ਕੁੜੀਆਂ ਉਸਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ ਸੀ। ਇੱਕ ਦਿਨ ਮੈਨੂੰ ਕਿਸੇ ਕੰਮ ਤੋਂ ਮੈਨੇਜਰ ਦੇ ਕੈਬਿਨ ਵਿੱਚ ਜਾਣਾ ਪਿਆ। ਮੈਂ ਦਰਵਾਜ਼ਾ ਖੜਕਾਇਆ। ਉਹਨਾਂ ਨੇ ਕਿਹਾ, ਕੌਣ ਹੈ? ਕਿਰਪਾ ਕਰਕੇ ਅੰਦਰ ਆ ਜਾਓ। ਮੈਂ ਘਬਰਾ ਕੇ ਕਹਿਣ ਲੱਗੀ, ਸਰ ਮੇਰਾ ਨਾਮ ਰਜਨੀ ਹੈ। ਤੁਸੀਂ ਮੈਨੂੰ ਇਹ ਫਾਈਲ ਦਿੱਤੀ ਸੀ, ਪਰ ਮੈਨੂੰ ਇਸ ਦਾ ਪਿਛਲਾ ਰਿਕਾਰਡ ਸਮਝ ਨਹੀਂ ਆ ਰਿਹਾ ਕਿ ਤੁਸੀਂ ਮੇਰੀ ਮਦਦ ਕਰ ਦੇਵੋਗੇ। ਉਹਨਾਂ ਨੇ ਕਿਹਾ ਕਿ ਬਿਲਕੁਲ, ਕਿਉਂ ਨਹੀਂ, ਮੈਂ ਤੁਹਾਨੂੰ ਸਭ ਕੁਝ ਸਮਝਾ ਦਿੰਦਾ ਹਾਂ। ਉਹ ਫਾਈਲ ਦੇ ਕੇ ਮੈਨੂੰ ਕੰਮ ਸਮਝਾਉਣ ਲੱਗੇ ਅਤੇ ਮੈਂ ਉਹਨਾਂ ਨੂੰ ਦੇਖਣ ਲੱਗੀ। ਮੇਰੀ ਨਜ਼ਰ ਉਹਨਾਂ ਤੋਂ ਹਟ ਹੀ ਨਹੀਂ ਰਹੀ ਸੀ। ਉਹ ਸੱਚ ਵਿੱਚ ਬਹੁਤ ਜ਼ਿਆਦਾ ਸੋਹਣਾ ਸੀ। ਇੰਨੀ ਦੇਰ ਵਿੱਚ ਉਸਨੇ ਚੁਟਕੀ ਵਜਾ ਕੇ ਮੈਨੂੰ ਕਿਹਾ, ਹੈਲੋ ਰਜਨੀ, ਤੁਸੀਂ ਕਿਹੜੇ ਖਿਆਲਾਂ ਵਿੱਚ ਗੁੰਮ ਹੋ ਗਈ ਹੋ? ਮੈਂ ਅਚਾਨਕ ਤੋਂ ਆਪਣੇ ਖਿਆਲਾਂ ਤੋਂ ਬਾਹਰ ਆਈ ਅਤੇ ਉਹਨਾਂ ਨੂੰ ਕਹਿਣ ਲੱਗੀ, ਜੀ ਸਰ, ਮੈਨੂੰ ਸਭ ਕੁਝ ਸਮਝ ਆ ਗਿਆ। ਤੁਸੀਂ ਫਿਕਰ ਨਾ ਕਰੋ, ਮੈਂ ਸਾਰਾ ਕੰਮ ਖਤਮ ਕਰ ਦੇਵਾਂਗੀ। ਮੇਰੇ ਦਿਲ ਤਾਂ ਉਸ ਦਿਨ ਤੋਂ ਹੀ ਮੈਨੇਜਰ ਓਬਰਾਏ ਦੇ ਪਿਆਰ ਵਿੱਚ ਡੁੱਬ ਗਿਆ ਸੀ। ਪਰ ਜਿਵੇਂ ਹੀ ਮੈਨੂੰ ਆਪਣੇ ਅਤੀਤ ਦੀ ਯਾਦ ਆਉਂਦੀ ਤਾਂ ਮੈਂ ਡਰ ਜਾਂਦੀ ਸੀ। ਮੈਂ ਆਪਣੀ ਭੂਆ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੀ ਸੀ। ਉਹਨਾਂ ਤੋਂ ਇਲਾਵਾ ਮੇਰਾ ਹੋਰ ਕੋਈ ਨਹੀਂ ਸੀ। ਇਸ ਲਈ ਭੂਆ ਮੇਰੀ ਸਭ ਤੋਂ ਚੰਗੀ ਦੋਸਤ ਵੀ ਸੀ। ਜਦੋਂ ਸਭ ਕੁਝ ਦੱਸਿਆ ਤਾਂ ਉਹ ਮੈਨੂੰ ਸਮਝਾਉਣ ਲੱਗੀ, ਹੁਣ ਤੇਰੀ ਜ਼ਿੰਦਗੀ ਇਹੀ ਹੈ। ਤੂੰ ਆਪਣੇ ਅਤੀਤ ਨੂੰ ਭੁੱਲ ਜਾ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ। ਪਰ ਮੇਰੇ ਕਦਮ ਡਗਮਗਾਉਂਦੇ ਸਨ। ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸੀ। ਓਬਰਾਏ ਹੁਣ ਮੇਰੇ 'ਤੇ ਬਹੁਤ ਭਰੋਸਾ ਕਰਨ ਲੱਗਿਆ ਸੀ, ਕਿਉਂਕਿ ਮੈਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਸੀ। ਉਹ ਕੰਪਨੀ ਦੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਨ ਲੱਗੇ। ਇੱਕ ਦਿਨ ਮੈਂ ਉਹਨਾਂ ਦੇ ਕੈਬਿਨ ਦੇ ਕੋਲ ਜਾ ਰਹੀ ਸੀ। ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਅਤੇ ਦਿਲ ਹੀ ਦਿਲ ਵਿੱਚ ਹੱਸ ਰਹੀ ਸੀ ਕਿ ਉਹਨਾਂ ਨੂੰ ਵੇਖ ਕੇ ਮੇਰੀ ਨਜ਼ਰ ਉਹਨਾਂ ਤੋਂ ਹੀ ਰੁਕ ਗਈ ਅਤੇ ਮੈਂ ਵੀ ਮੁਸਕਰਾਉਣ ਲੱਗੀ ਅਤੇ ਸੋਚਣ ਲੱਗੀ ਕਿ ਕਾਸ਼ ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਹੀ ਹੋਵੇ। ਮੈਂ ਉੱਥੇ ਖੜ੍ਹੀ ਹੋ ਕੇ ਖੁਦ ਨਾਲ ਗੱਲਾਂ ਕਰ ਰਹੀ ਸੀ। ਅੱਜ ਭੂਆ ਦੇ ਇੱਥੇ ਰਿਸ਼ਤੇਦਾਰ ਆ ਰਹੇ ਸੀ। ਫੁੱਫੜ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾਇਆ ਸੀ। ਇਸ ਵਜ੍ਹਾ ਨਾਲ ਮੈਂ ਵੀ ਅੱਜ ਦਫ਼ਤਰ ਤੋਂ ਜਲਦੀ ਘਰ ਆ ਗਈ। ਮੈਂ ਆ ਕੇ ਦੇਖਿਆ ਤਾਂ ਮੇਰਾ ਮੋਬਾਈਲ ਨਹੀਂ ਸੀ। ਭੂਆ ਨੇ ਮੈਨੂੰ ਪੁੱਛਿਆ, ਕੀ ਹੋਇਆ, ਤੂੰ ਪਰੇਸ਼ਾਨ ਕਿਉਂ ਆ? ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਮੋਬਾਈਲ ਨਹੀਂ ਦਿਖ ਰਿਹਾ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਫੋਨ ਕਰਕੇ ਦੇਖ ਲੈ। ਮੈਂ ਘਰ ਦੇ ਨੰਬਰ ਤੋਂ ਫੋਨ ਕੀਤਾ ਤਾਂ ਮੇਰਾ ਫੋਨ ਕਿਸ ਨੇ ਚੁੱਕਿਆ। ਆਵਾਜ਼ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ। ਮੈਂ ਕਿਹਾ, ਸਰ ਤੁਸੀਂ? ਓਬਰਾਏ ਨੇ ਦੱਸਿਆ ਕਿ ਮੈਂ ਆਪਣਾ ਮੋਬਾਈਲ ਜਲਦੀ ਵਿੱਚ ਉਸਦੇ ਕੈਬਿਨ ਵਿੱਚ ਛੱਡ ਆਈ ਸੀ। ਉਹ ਕਹਿਣ ਲੱਗੇ, ਮੈਂ ਤੇਰਾ ਮੋਬਾਈਲ ਆਪਣੇ ਕੋਲ ਰੱਖ ਲਿਆ ਹੈ, ਤੂੰ ਕੱਲ੍ਹ ਦਫ਼ਤਰ ਆਵੇਂਗੀ ਤਾਂ ਲੈ ਲਵੀਂ। ਮੈਂ ਕਿਹਾ, ਸਰ ਧੰਨਵਾਦ। ਤਾਂ ਉਹ ਕਹਿਣ ਲੱਗੇ, ਧੰਨਵਾਦ ਵਾਲੀ ਕੋਈ ਗੱਲ ਨਹੀਂ। ਅਗਲੇ ਦਿਨ ਜਦੋਂ ਮੈਂ ਦਫ਼ਤਰ ਵਿੱਚ ਆਪਣਾ ਮੋਬਾਈਲ ਲੈਣ ਗਈ ਤਾਂ ਉਹਨਾਂ ਨੇ ਮੇਰੇ ਹੱਥ ਵਿੱਚ ਮੋਬਾਈਲ ਦੇ ਨਾਲ ਨਾਲ ਇੱਕ ਚਿੱਠੀ ਵੀ ਦਿੱਤੀ। ਮੈਂ ਇਹ ਦੇਖ ਕੇ ਘਬਰਾ ਕੇ ਜਲਦੀ ਤੋਂ ਉਹਨਾਂ ਦੇ ਕੈਬਿਨ ਤੋਂ ਬਾਹਰ ਆ ਗਈ। ਬਾਹਰ ਆਉਣ ਤੋਂ ਬਾਅਦ ਮੈਂ ਆਪਣੇ ਕੰਮਾਂ ਵਿੱਚ ਲੱਗ ਗਈ ਅਤੇ ਸੋਚਣ ਲੱਗੀ
ਕਿ ਪਤਾ ਨਹੀਂ ਇਸ ਚਿੱਠੀ ਵਿੱਚ ਕੀ ਹੈ ਜੋ ਉਹਨਾਂ ਨੇ ਮੈਨੂੰ ਦਿੱਤੀ ਹੈ। ਜਿਵੇਂ ਸ਼ਾਮ ਹੋਈ, ਜਦੋਂ ਮੈਂ ਦਫ਼ਤਰ ਤੋਂ ਘਰ ਆਈ ਤਾਂ ਮੈਂ ਕਮਰੇ ਵਿੱਚ ਆ ਕੇ ਉਹ ਚਿੱਠੀ ਪੜ੍ਹੀ। ਉਸ ਨੂੰ ਪੜ੍ਹਨ ਤੋਂ ਬਾਅਦ ਤਾਂ ਮੇਰੇ ਪਸੀਨੇ ਛੁੱਟਣ ਲੱਗੇ। ਮੈਂ ਬਹੁਤ ਘਬਰਾ ਗਈ ਸੀ। ਚਿੱਠੀ ਵਿੱਚ ਤਾਂ ਓਬਰਾਏ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇੱਕ ਪਾਸੇ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਜਿਵੇਂ ਮੈਂ ਸੋਚਿਆ ਸੀ ਉਵੇਂ ਹੀ ਹੋ ਰਿਹਾ ਸੀ। ਓਬਰਾਏ ਵੀ ਮੈਨੂੰ ਪਸੰਦ ਕਰਦਾ ਸੀ ਅਤੇ ਦੂਜੇ ਪਾਸੇ ਮੈਨੂੰ ਆਪਣੇ ਅਤੀਤ ਦਾ ਡਰ ਸੀ। ਇੰਨੀ ਦੇਰ ਵਿੱਚ ਭੂਆ ਉੱਥੇ ਆ ਗਈ। ਉਹਨਾਂ ਨੇ ਮੇਰੇ ਚਿਹਰੇ 'ਤੇ ਪਰੇਸ਼ਾਨੀ ਦੇਖ ਲਈ। ਉਹ ਮੈਨੂੰ ਕਹਿਣ ਲੱਗੀ, ਰਜਨੀ ਕੀ ਹੋਇਆ ਤੂੰ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਹੀ ਆਂ। ਮੈਂ ਉਹਨਾਂ ਨੂੰ ਦੱਸਿਆ ਕਿ ਓਬਰਾਏ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਤਾਂ ਉਹ ਕਹਿਣ ਲੱਗੀ, ਇੰਨੀ ਕੁ ਗੱਲ ਹੈ, ਤੂੰ ਘਬਰਾ ਕਿਉਂ ਰਹੀ ਆਂ? ਮੈਂ ਲੜਖੜਾਉਂਦੀ ਹੋਈ ਆਵਾਜ਼ ਵਿੱਚ ਕਿਹਾ, ਤੁਹਾਨੂੰ ਤਾਂ ਪਤਾ ਹੈ ਕਿ ਮੈਂ ਵਿਆਹ ਕਿਵੇਂ। ਉਹਨਾਂ ਨੇ ਮੇਰੀ ਗੱਲ ਵਿੱਚ ਹੀ ਕੱਟ ਦਿੱਤੀ ਤੇ ਕਹਿਣ ਲੱਗੀ, ਰੱਬ ਨੇ ਤੇਰੀ ਕਿਸਮਤ ਖੋਲ੍ਹ ਦਿੱਤੀ ਹੈ। ਇੰਨੇ ਵਧੀਆ ਮੁੰਡੇ ਦਾ ਰਿਸ਼ਤਾ ਤੇਰੇ ਕੋਲ ਆਇਆ ਹੈ ਤੇ ਤੂੰ ਮਨਾ ਕਰ ਰਹੀ ਆਂ। ਮੈਂ ਤੇਰੇ ਫੁੱਫੜ ਨਾਲ ਗੱਲ ਕਰੂੰਗੀ, ਉਹ ਜ਼ਰੂਰ ਮੰਨ ਜਾਣਗੇ। ਇਹ ਕਹਿ ਕੇ ਉਹ ਉੱਥੋਂ ਚਲੀ ਗਈ। ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇੱਕ ਪਾਸੇ ਤਾਂ ਮੈਂ ਖੁਦ ਇਸ ਗੱਲ ਲਈ ਅਰਦਾਸ ਕਰ ਰਹੀ ਸੀ ਕਿ ਓਬਰਾਏ ਵੀ ਮੈਨੂੰ ਪਸੰਦ ਕਰੇ, ਤੇ ਹੁਣ ਜਦੋਂ ਸਭ ਕੁਝ ਮੇਰੀ ਸੋਚ ਦੇ ਮੁਤਾਬਿਕ ਹੋ ਰਿਹਾ ਸੀ ਤਾਂ ਮੇਰਾ ਦਿਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਕੁਝ ਦਿਨਾਂ ਦੇ ਬਾਅਦ ਓਬਰਾਏ ਮੇਰਾ ਹੱਥ ਮੰਗਣ ਮੇਰੇ ਘਰ ਆਇਆ। ਉਹਨਾਂ ਨੇ ਖੁਦ ਫੁੱਫੜ ਨਾਲ ਮੇਰੇ ਵਿਆਹ ਦੀ ਗੱਲ ਕੀਤੀ ਤੇ ਇਹ ਕਹਿਣ ਲੱਗੇ ਕਿ ਮੈਂ ਬਹੁਤ ਸ਼ਰਮਿੰਦਾ ਹਾਂ। ਮੈਨੂੰ ਖੁਦ ਆਪਣੇ ਵਿਆਹ ਦੀ ਗੱਲ ਕਰਨ ਲਈ ਆਉਣਾ ਪਿਆ, ਪਰ ਮੈਂ ਮਜਬੂਰ ਹਾਂ ਕਿਉਂਕਿ ਮੇਰੇ ਮਾਤਾ ਪਿਤਾ ਇੱਥੇ ਨਹੀਂ ਰਹਿੰਦੇ। ਭੂਆ ਤੇ ਫੁੱਫੜ ਨੂੰ ਤਾਂ ਓਬਰਾਏ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਤੁਰੰਤ ਵਿਆਹ ਦੇ ਲਈ ਹਾਂ ਕਰ ਦਿੱਤੀ। ਪਰ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਇੱਕ ਡਰ ਲੁਕਿਆ ਹੋਇਆ ਸੀ, ਜਿਸ ਵਜ੍ਹਾ ਨਾਲ ਮੈਂ ਵਿਆਹ ਤੋਂ ਮਨਾ ਕਰ ਦਿੱਤਾ। ਮੇਰੇ ਭੂਆ ਅਤੇ ਫੁੱਫੜ ਨੇ ਮੇਰੀ ਕੋਈ ਗੱਲ ਨਾ ਸੁਣੀ ਤੇ ਮੈਨੂੰ ਸਮਝਾ ਕੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਹੁਣ ਘਰ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਸਨ, ਪਰ ਮੇਰਾ ਦਿਲ ਕੰਬ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਮੇਰਾ ਅਤੀਤ ਓਬਰਾਏ ਦੇ ਸਾਹਮਣੇ ਆ ਗਿਆ ਤਾਂ ਖੈਰ ਮੈਂ ਵੀ ਵਿਆਹ ਵਿੱਚ ਬਿਜੀ ਹੋ ਗਈ। ਆਪਣੇ ਪਿਆਰ ਨੂੰ ਆਪਣੀ ਕਿਸਮਤ ਵਿੱਚ ਲਿਖਿਆ ਦੇਖ ਕੇ ਸਭ ਕੁਝ ਭੁੱਲ ਗਈ। ਓਬਰਾਏ ਦੇ ਪਿਆਰ ਨੇ ਮੇਰੇ ਅਤੀਤ ਨੂੰ ਭੁਲਾ ਦਿੱਤਾ ਸੀ। ਮੇਰੇ ਵਿਆਹ ਦੀ ਤਰੀਕ ਫਿਕਸ ਹੋ ਗਈ। ਮੇਰਾ ਤੇ ਓਬਰਾਏ ਦਾ ਇਸ ਤਰ੍ਹਾਂ ਅਚਾਨਕ ਵਿਆਹ ਹੋ ਗਿਆ। ਦੁਲਹਨ ਬਣ ਕੇ ਮੈਂ ਉਸਦੇ ਘਰ ਆ ਗਈ। ਇੱਥੇ ਸਾਰਾ ਕੁਝ ਮੇਰੇ ਸੁਪਨੇ ਦੀ ਤਰ੍ਹਾਂ ਸੀ। ਇੰਨੇ ਵੱਡੇ ਘਰ ਦੀ ਮੈਂ ਇਕੱਲੀ ਮਾਲਕਿਨ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਸੀ। ਮੈਂ ਓਬਰਾਏ ਦੇ ਘਰ ਨੂੰ ਸੰਭਾਲਣਾ ਸੀ। ਓਬਰਾਏ ਵੀ ਮੇਰੇ ਤੋਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਸਨ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਇੱਦਾਂ ਦਾ ਮੋੜ ਆਵੇਗਾ। ਓਬਰਾਏ ਤੇ ਮੇਰਾ ਪਿਆਰ ਕਮਜ਼ੋਰ ਹੋ ਜਾਵੇਗਾ। ਓਬਰਾਏ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਇੱਕ ਦਿਨ ਜਦੋਂ ਅਸੀਂ ਖਾਣਾ ਖਾ ਰਹੇ ਸੀ ਤਾਂ ਓਬਰਾਏ ਨੇ ਮੈਨੂੰ ਕਿਹਾ, ਕੰਪਨੀ ਵੱਲੋਂ ਮੈਨੂੰ 2 ਮਹੀਨੇ ਦੀ ਛੁੱਟੀ ਮਿਲੀ ਹੈ। ਆਪਾਂ ਕਿਤੇ ਘੁੰਮਣ ਚੱਲਦੇ ਹਾਂ। ਦੱਸ ਤੂੰ ਕਿੱਥੇ ਜਾਣਾ ਪਸੰਦ ਕਰੇਂਗੀ? ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕਿਹਾ, ਓਬਰਾਏ ਤੁਸੀਂ ਸੱਚ ਕਹਿ ਰਹੇ ਹੋ? ਉਹਨਾਂ ਨੇ ਕਿਹਾ, ਹਾਂ ਬਿਲਕੁਲ। ਮੈਂ ਕਿਹਾ, ਤਾਂ ਠੀਕ ਹੈ, ਫਿਰ ਅਸੀਂ ਤੁਹਾਡੇ ਮਾਤਾ ਪਿਤਾ ਕੋਲ ਚੱਲਦੇ ਹਾਂ। ਮੈਂ ਅੱਜ ਤੱਕ ਉਹਨਾਂ ਨੂੰ ਨਹੀਂ ਮਿਲੀ। ਇਹ ਗੱਲ ਸੁਣ ਕੇ ਓਬਰਾਏ ਬਹੁਤ ਜ਼ਿਆਦਾ ਖੁਸ਼ ਹੋ ਕੇ ਕਹਿਣ ਲੱਗੇ ਕਿ ਤੂੰ ਤਾਂ ਮੇਰਾ ਦਿਲ ਜਿੱਤ ਲਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ ਵਿੱਚ ਰਹਿੰਦੇ ਹਨ ਤੇ ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ, ਇਸ ਲਈ ਉਹਨਾਂ ਨੇ ਮੈਨੂੰ ਬਚਪਨ ਵਿੱਚ ਹੀ ਪੜ੍ਹਨ ਲਈ ਸ਼ਹਿਰ ਭੇਜ ਦਿੱਤਾ ਸੀ। ਮੈਨੂੰ ਵੀ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਮਿਲੇ ਹੋਏ, ਪਰ ਮੇਰੀ ਉਹਨਾਂ ਨਾਲ ਫੋਨ 'ਤੇ ਗੱਲ ਹੁੰਦੀ ਰਹਿੰਦੀ ਹੈ ਤੇ ਮੈਂ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਓਬਰਾਏ ਨੇ ਟ੍ਰੇਨ ਦੀ ਟਿਕਟ ਕਰਾ ਲਈ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਬਾਹਰ ਇੱਕ ਆਦਮੀ ਖੜਾ ਸੀ। ਉਸ ਨੇ ਮੈਨੂੰ ਕਿਹਾ ਕਿ ਇਹ ਟਿਕਟ ਹੈ, ਓਬਰਾਏ ਸਰ ਨੇ ਭੇਜੀ ਹੈ। ਮੈਂ ਉਸ ਤੋਂ ਟਿਕਟ ਲਈ ਤੇ ਅੰਦਰ ਆ ਗਈ। ਜਦੋਂ ਮੈਂ ਉਹ ਟਿਕਟ ਦੇਖੀ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮੈਂ ਬਹੁਤ ਜ਼ਿਆਦਾ ਘਬਰਾਉਣ ਲੱਗੀ। ਇੰਨੀ ਦੇਰ ਵਿੱਚ ਓਬਰਾਏ ਆ ਗਿਆ। ਉਹ ਮੈਨੂੰ ਦੇਖ ਕੇ ਬੋਲਿਆ, ਕਿੱਥੇ ਗੁੰਮ ਹੋ ਗਈ ਤੂੰ? ਸਭ ਠੀਕ ਤਾਂ ਹੈ? ਮੈਂ ਉਸ ਨੂੰ ਕਿਹਾ ਕਿ ਹਾਂ, ਸਭ ਕੁਝ ਠੀਕ ਹੈ। ਮੈਂ ਓਬਰਾਏ ਨੂੰ ਕਿਹਾ ਕਿ ਆਪਾਂ ਕੁਝ ਦਿਨ ਨਹੀਂ ਚੱਲ ਸਕਦੇ, ਹਾਲੇ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ। ਉਹ ਮੇਰੇ ਲਈ ਪਰੇਸ਼ਾਨ ਹੋ ਗਏ ਤੇ ਮੈਨੂੰ ਕਹਿਣ ਲੱਗੇ, ਚੱਲ ਆਪਾਂ ਡਾਕਟਰ ਕੋਲ ਚੱਲਦੇ ਹਾਂ। ਮੈਂ ਕਿਹਾ, ਨਹੀਂ, ਬਸ ਥੋੜ੍ਹੀ ਜਿਹੀ ਥਕਾਵਟ ਮਹਿਸੂਸ ਹੋ ਰਹੀ ਆ, ਆਰਾਮ ਕਰਾਂਗੀ ਤਾਂ ਠੀਕ ਹੋ ਜਾਵਾਂਗੀ। ਓਬਰਾਏ ਨੇ ਮੇਰੇ ਲਈ ਚਾਹ ਬਣਾਈ ਤੇ ਮੈਨੂੰ ਦਿੱਤੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ। ਮੈਂ ਸੋਚਾਂ ਵਿੱਚ ਪੈ ਗਈ ਸੀ। ਮੇਰੇ ਦਿਮਾਗ ਵਿੱਚ ਹਜ਼ਾਰਾਂ ਸਵਾਲ ਚੱਲ ਰਹੇ ਸਨ। ਹੁਣ ਮੈਂ ਸੋਚ ਰਹੀ ਸੀ ਕਿ ਓਬਰਾਏ ਨੂੰ ਮਨਾ ਕਿਵੇਂ ਕਰਾਂਗੀ। ਆਖਿਰ ਮੈਂ ਹੀ ਉਸ ਨੂੰ ਕਿਹਾ ਸੀ।
ਅਸੀਂ ਤੁਹਾਡੇ ਮਾਤਾ ਪਿਤਾ ਨੂੰ ਮਿਲਣ ਚੱਲਦੇ ਹਾਂ। ਫਿਰ ਮੈਂ ਸੋਚਿਆ ਕਿ ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਕੁਝ ਨਹੀਂ ਹੋ ਸਕਦਾ ਇਹ ਮੇਰਾ ਵਹਿਮ ਹੋਵੇ। ਮੈਂ ਜਾਣ ਲਈ ਪੈਕਿੰਗ ਸ਼ੁਰੂ ਕਰ ਦਿੱਤੀ, ਪਰ ਮੇਰਾ ਦਿਲ ਸਾਰੇ ਰਸਤੇ ਪਰੇਸ਼ਾਨ ਰਿਹਾ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਬਰਾਏ ਨੂੰ ਕਿਵੇਂ ਦੱਸਾਂ ਕਿ ਟ੍ਰੇਨ ਦਾ ਇਹ ਸਫ਼ਰ ਮੈਨੂੰ ਕਿਸ ਮੰਜ਼ਿਲ ਤੱਕ ਲੈ ਕੇ ਜਾਵੇਗਾ। ਮੈਨੂੰ ਨਹੀਂ ਪਤਾ ਸੀ, ਮੈਂ ਨਹੀਂ ਜਾਣਦੀ ਸੀ ਹੁਣ ਇਹ ਸਫ਼ਰ ਕਿੱਥੇ ਖਤਮ ਹੋਵੇਗਾ। ਜਿਵੇਂ ਹੀ ਟ੍ਰੇਨ ਰੁਕੀ ਤੇ ਅਸੀਂ ਟ੍ਰੇਨ ਤੋਂ ਉਤਰੇ, ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਮੈਨੂੰ ਚੱਕਰ ਆਉਣ ਲੱਗੇ। ਉਬਰਾਏ ਨੇ ਮੈਨੂੰ ਸੰਭਾਲਿਆ ਤੇ ਉੱਥੇ ਹੀ ਸਟੇਸ਼ਨ ਤੇ ਬਿਠਾ ਦਿੱਤਾ। ਉਸਨੇ ਮੈਨੂੰ ਜੂਸ ਪਿਲਾਇਆ ਤੇ ਕਹਿਣ ਲੱਗੀ, ਤੇਰੀ ਤਬੀਅਤ ਸੱਚੀ ਠੀਕ ਨਹੀਂ, ਆਪਾਂ ਨੂੰ ਕੁਝ ਦਿਨ ਰੁਕ ਕੇ ਆ ਜਾਣਾ ਚਾਹੀਦਾ ਸੀ, ਪਰ ਫਿਰ ਮੈਨੂੰ ਛੁੱਟੀ ਨਹੀਂ ਮਿਲ ਪਾਉਂਦੀ। ਮੈਂ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਸੰਭਾਲਿਆ। ਮੈਂ ਤੇ ਉਬਰਾਏ ਸਟੇਸ਼ਨ ਤੋਂ ਪਿੰਡ ਵੱਲ ਨੂੰ ਚੱਲ ਪਏ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ, ਮੰਨੋ ਜਿਵੇਂ ਮੇਰੇ ਕਦਮਾਂ ਅੱਗੇ ਵਧਣ ਨੂੰ ਤਿਆਰ ਹੀ ਨਹੀਂ ਸੀ। ਜਿਵੇਂ-ਜਿਵੇਂ ਅਸੀਂ ਉਬਰਾਏ ਦੇ ਘਰ ਵੱਲ ਜਾ ਰਹੇ ਸੀ, ਮੇਰਾ ਦਿਲ ਬਹੁਤ ਬੇਚੈਨ ਹੋ ਰਿਹਾ ਸੀ। ਅਸੀਂ ਜਿਵੇਂ ਹੀ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਪਹੁੰਚੇ, ਡਰਦੇ ਮਾਰੇ ਮੇਰੇ ਪਸੀਨੇ ਛੁੱਟਣ ਲੱਗੇ। ਪਤਾ ਨਹੀਂ ਮੇਰੀ ਕਿਸਮਤ ਮੇਰੇ ਨਾਲ ਕੀ ਖੇਡ ਖੇਡ ਰਹੀ ਸੀ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ, ਮੇਰੇ ਰੌਂਗਟੇ ਖੜੇ ਹੋ ਗਏ। ਅੰਦਰ ਇੱਕ ਬੁੱਢਾ ਆਦਮੀ ਸੀ ਜੋ ਉਬਰਾਏ ਦੇ ਪਿਤਾ ਜੀ ਸਨ। ਮੈਂ ਜਲਦੀ ਨਾਲ ਆਪਣਾ ਕੁੰਡ ਕੱਢ ਲਿਆ ਤੇ ਖੰਘਣ ਦਾ ਨਾਟਕ ਕਰਨ ਲੱਗੀ। ਉਬਰਾਏ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ। ਮੈਂ ਕਿਹਾ ਕਿ ਕੁਝ ਨਹੀਂ, ਅਸਲ ਵਿੱਚ ਮੈਨੂੰ ਬਚਪਨ ਤੋਂ ਹੀ ਧੂੜ ਮਿੱਟੀ ਤੋਂ ਐਲਰਜੀ ਹੈ ਤੇ ਇੱਥੇ ਪਿੰਡ ਵਿੱਚ ਧੂੜ ਮਿੱਟੀ ਬਹੁਤ ਜ਼ਿਆਦਾ ਹੈ, ਇਸ ਲਈ ਮੈਨੂੰ ਇੱਥੇ ਆਪਣਾ ਮੂੰਹ ਢੱਕ ਕੇ ਰੱਖਣਾ ਪਵੇਗਾ। ਉਬਰਾਏ ਬੋਲਿਆ, ਚੱਲ ਠੀਕ ਆ, ਅੰਦਰ ਆ ਜਾਓ। ਉਬਰਾਏ ਆਪਣੇ ਪਿਤਾ ਨੂੰ ਮਿਲ ਕੇ ਬਹੁਤ ਖੁਸ਼ ਸੀ। ਅੰਦਰ ਇੱਕ ਬੁੱਢੀ ਔਰਤ ਬੈਠੀ ਸੀ ਜੋ ਕਿ ਉਬਰਾਏ ਦੀ ਮਾਂ ਸੀ। ਉਹਨਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਆਪਣਾ ਮੂੰਹ ਚੰਗੇ ਤਰੀਕੇ ਨਾਲ ਢੱਕ ਲਿਆ। ਉਬਰਾਏ ਨੇ ਸਾਰਿਆਂ ਨੂੰ ਮੇਰੀ ਐਲਰਜੀ ਬਾਰੇ ਦੱਸ ਦਿੱਤਾ। ਉਬਰਾਏ ਦੀ ਭੈਣ ਮੈਨੂੰ ਘੂਰ ਕੇ ਦੇਖ ਰਹੀ ਸੀ। ਇਹ ਮੈਨੂੰ ਅਜੀਬ ਤਰੀਕੇ ਨਾਲ ਕਹਿਣ ਲੱਗੀ ਕਿ ਲੱਗਦਾ ਹੈ ਭਾਬੀ ਤਾਂ ਬਹੁਤ ਸੁੰਦਰ ਹੈ, ਇਸ ਵਜ੍ਹਾ ਨਾਲ ਉਹ ਆਪਣਾ ਮੂੰਹ ਨਹੀਂ ਦਿਖਾਉਣਾ ਚਾਹੁੰਦੀ। ਇਸ ਗੱਲ ਤੇ ਸਾਰੇ ਲੋਕ ਹੱਸਣ ਲੱਗੇ। ਫਿਰ ਉਹ ਕਹਿਣ ਲੱਗੀ, ਮੈਂ ਤਾਂ ਮਜ਼ਾਕ ਕਰ ਰਹੀ ਸੀ। ਫਿਰ ਅਸੀਂ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ, ਪਰ ਮੈਂ ਘਬਰਾਈ ਅਤੇ ਡਰੀ ਹੋਈ ਸੀ। ਖਾਣੇ ਦੀ ਟੇਬਲ ਤੇ ਸਾਰੇ ਲੋਕ ਹਾਸਾ ਮਜ਼ਾਕ ਕਰ ਰਹੇ ਸੀ। ਇੰਨੇ ਵਿੱਚ ਹੀ ਉਬਰਾਏ ਨੇ ਪੁੱਛਿਆ, ਰਾਜੀਵ ਕਿੱਥੇ ਹੈ? ਮੈਂ ਤਾਂ ਜਦੋਂ ਦਾ ਮੈਂ ਆਇਆ ਹਾਂ ਉਹ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਮੈਨੂੰ ਸਦਮਾ ਲੱਗਿਆ ਤੇ ਮੇਰੇ ਹੱਥਾਂ ਵਿੱਚੋਂ ਖਾਣੇ ਦੀ ਪਲੇਟ ਛੁੱਟ ਗਈ। ਮੈਨੂੰ ਦੇਖਦੇ ਹੀ ਉਬਰਾਏ ਦੀ ਭੈਣ ਬੋਲੀ, ਲੱਗਦਾ ਹੈ ਭਾਬੀ ਆਪਣੇ ਦਿਓਰ ਦਾ ਨਾਮ ਸੁਣ ਕੇ ਚੌਂਕ ਗਈ। ਉਬਰਾਏ ਕਹਿਣ ਲੱਗਿਆ, ਬਸ ਕਰ, ਜਦੋਂ ਤੋਂ ਤੇਰੀ ਭਾਬੀ ਆਈ ਆ ਤੂੰ ਉਸ ਦੇ ਪਿੱਛੇ ਪੈ ਗਈਆਂ। ਉਹ ਕਹਿਣ ਲੱਗੀ, ਮੈਂ ਤਾਂ ਸਿਰਫ ਮਜ਼ਾਕ ਕਰ ਰਹੀ ਸੀ। ਉਬਰਾਏ ਦੇ ਪਿਤਾ ਨੇ ਦੱਸਿਆ ਕਿ ਰਾਜੀਵ ਕੰਮ ਲਈ ਪਿੰਡ ਤੋਂ ਬਾਹਰ ਗਿਆ ਹੋਇਆ ਹੈ। ਉਸ ਦਾ ਵਿਆਹ ਹੋ ਗਿਆ ਹੈ, ਕੁਝ ਦਿਨਾਂ ਵਿੱਚ ਉਹ ਵਾਪਸ ਆ ਜਾਵੇਗਾ। ਆਪਣੀ ਪਤਨੀ ਨੂੰ ਨਾਲ ਲੈ ਕੇ ਗਿਆ। ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ਵਿੱਚ ਆ ਗਈ ਤਾਂ ਆਪਣੇ ਚਿਹਰੇ ਤੋਂ ਆਪਣਾ ਕੁੰਡ ਹਟਾ ਦਿੱਤਾ। ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਣ ਲੱਗੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਸੀ। ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ। ਇੰਨੀ ਦੇਰ ਵਿੱਚ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਲਦੀ ਨਾਲ ਆਪਣਾ ਕੁੰਡ ਨਾਲ ਢੱਕ ਲਿਆ। ਦਰਵਾਜ਼ੇ ਤੇ ਉਬਰਾਏ ਸੀ। ਉਹ ਮੈਨੂੰ ਆਪਣੇ ਘਰ ਵਾਲਿਆਂ ਬਾਰੇ ਦੱਸ ਲੱਗਿਆ। ਪਤਾ ਨਹੀਂ ਮੇਰੀ ਕਿਸਮਤ ਵਿੱਚ ਅੱਗੇ ਕੀ ਲਿਖਿਆ ਸੀ। ਮੈਂ ਉਸ ਨੂੰ ਕੁਝ ਦੱਸ ਨਹੀਂ ਸਕਦੀ ਸੀ ਕਿਉਂਕਿ ਮੈਂ ਉਬਰਾਏ ਨੂੰ ਖੋਣ ਤੋਂ ਡਰਦੀ ਸੀ। ਮੈਂ ਸੋਚ ਰਹੀ ਸੀ ਕਿ ਉਬਰਾਏ ਸਭ ਜਾਣਨ ਤੋਂ ਬਾਅਦ ਮੈਨੂੰ ਕਿਤੇ ਛੱਡ ਨਾ ਦੇਵੇ। ਮੈਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਰਹਿੰਦੀ ਸੀ ਅਤੇ ਸਭ ਨੂੰ ਖੰਘ ਕੇ ਦਿਖਾਉਂਦੀ ਸੀ ਤਾਂ ਕਿ ਕੋਈ ਮੇਰਾ ਮੂੰਹ ਦੇਖਣ ਦੀ ਜਿੱਦ ਨਾ ਕਰੇ। ਰਾਜੀਵ ਵੀ ਅੱਜ ਵਾਪਸ ਆਉਣ ਵਾਲਾ ਸੀ। ਇਹ ਸੋਚ ਕੇ ਮੇਰਾ ਦਿਲ ਘਬਰਾ ਰਿਹਾ ਸੀ। ਮੈਂ ਸਦਮੇ ਵਿੱਚ ਸੀ। ਮੈਂ ਆਪਣੇ ਬੁਰੇ ਅਤੀਤ ਬਾਰੇ ਸੋਚ ਰਹੀ ਸੀ। ਮੈਂ ਦਿਲ ਵਿੱਚ ਉਲਝਣ ਵਿੱਚ ਪੈ ਰਹੀ ਸੀ। ਪਰ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ, ਮੈਨੂੰ ਮੇਰੀ ਨਨਾਣ ਦਾ ਵਰਤਾਵ ਬਹੁਤ ਅਜੀਬ ਲੱਗ ਰਿਹਾ ਸੀ। ਉਹ ਹਮੇਸ਼ਾ ਹੀ ਮੈਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ ਅਤੇ ਫਿਰ ਮਜ਼ਾਕ ਦਾ ਬਹਾਨਾ ਬਣਾ ਦਿੰਦੀ ਸੀ। ਮੇਰੀ ਨਨਾਣ ਤਾਂ ਮੇਰੇ ਪਿੱਛੇ ਹੀ ਪੈ ਗਈ ਸੀ। ਪਤਾ ਨਹੀਂ ਕਿਸਮਤ ਨੇ ਕਿਉਂ ਫਿਰ ਇੱਥੇ ਲਿਆ ਕੇ ਇਸ ਘਰ ਵਿੱਚ ਖੜਾ ਕਰ ਦਿੱਤਾ ਸੀ। ਮੈਂ ਇਹ ਸਭ ਤੋਂ ਅੱਕ ਗਈ ਸੀ। ਮੈਂ ਸੋਚਿਆ ਕਿ ਮੈਂ ਵਾਪਸ ਭੂਆ ਕੋਲ ਚਲੀ ਜਾਂਦੀ ਹਾਂ। ਮੈਂ ਆਪਣਾ ਸਮਾਨ ਪੈਕ ਕਰਕੇ ਦਰਵਾਜ਼ੇ ਤੱਕ ਪਹੁੰਚੀ ਤਾਂ ਮੇਰੀ ਨਨਾਣ ਨੇ ਮੇਰਾ ਹੱਥ ਫੜ ਕੇ ਮੈਨੂੰ ਘਰ ਦੇ ਅੰਦਰ ਲੈ ਆਈ। ਮੈਂ ਨਜ਼ਰਾਂ ਝੁਕਾਏ ਖੜੀ ਸੀ। ਬਾਕੀ ਦੇ ਸਾਰੇ ਲੋਕ ਵੀ ਉੱਥੇ ਹੀ ਸੀ। ਇੱਦਾਂ ਲੱਗ ਰਿਹਾ ਸੀ ਕਿ ਮੈਂ ਇੱਕ ਮੁਜਰਮ ਹਾਂ। ਮੇਰੀ ਨਨਾਣ ਕਹਿਣ ਲੱਗੀ, ਮੇਰੇ ਦੋਨੋਂ ਭਾਈਆਂ ਦੀ ਇੱਕ ਹੀ ਪਤਨੀ, ਇਸ ਦੀ ਕੀ ਵਜ੍ਹਾ ਸੀ?
ਇਹ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਸ ਦੀ ਗੱਲ ਸੁਣ ਕੇ ਮੈਂ ਚੀਕ ਉੱਠੀ ਤੇ ਕਹਿਣ ਲੱਗੀ, ਇੱਦਾਂ ਦਾ ਕੁਝ ਨਹੀਂ ਹੈ, ਇਹ ਝੂਠ ਬੋਲ ਰਹੀ ਆ। ਮੈਂ ਰੋਣ ਲੱਗੀ। ਓਬਰਾਏ ਨੇ ਕਿਹਾ ਕਿ ਇਹ ਕੀ ਕਹਿ ਰਹੀ ਆ, ਆਖਿਰ ਸੱਚ ਕੀ ਆ। ਰੋਣ ਲੱਗੀ ਤੇ ਮੈਨੂੰ ਆਪਣੇ ਮੂੰਹ ਤੋਂ ਦੁਪੱਟਾ ਹਟਾ ਦਿੱਤਾ। ਮੈਂ ਰਾਜੀਵ ਵੱਲ ਦੇਖਣ ਲੱਗੀ। ਮੈਂ ਸੋਚ ਰਹੀ ਸੀ ਕਿ ਰਾਜੀਵ ਮੇਰੀ ਸਫਾਈ ਵਿੱਚ ਸਭ ਨੂੰ ਸੱਚ ਦੱਸੇਗਾ, ਪਰ ਉਸ ਦੀ ਨੀਵੀਂ ਨਜ਼ਰ ਦੇਖ ਕੇ ਮੈਂ ਸਮਝ ਗਈ ਸੀ, ਕਿਉਂਕਿ ਉਸ ਦਾ ਝੁਕਿਆ ਹੋਇਆ ਸਿਰ, ਝੁਕੀ ਨਜ਼ਰ ਇਸ ਗੱਲ ਨੂੰ ਬਿਆਨ ਕਰ ਰਹੀ ਸੀ ਕਿ ਮੇਰਾ ਹੀ ਕਸੂਰ ਹੈ। ਮੈਂ ਓਬਰਾਏ ਨੂੰ ਕਿਹਾ ਕਿ ਮੈਂ ਇਸ ਸਭ ਦੀ ਇਕੱਲੀ ਜ਼ਿੰਮੇਵਾਰ ਨਹੀਂ ਹਾਂ। ਇਹ ਲੋਕ ਵੀ ਮੇਰੇ ਅਤੀਤ ਵਿੱਚ ਜੋ ਕੁਝ ਹੋਇਆ ਹੈ ਉਸ ਦੇ ਜ਼ਿੰਮੇਵਾਰ ਹਨ। ਉਹ ਕਹਿਣ ਲੱਗਿਆ, ਤੇਰਾ ਕੀ ਮਤਲਬ ਹੈ? ਇਹ ਸਭ ਕੀ ਕਹਿ ਰਹੀ ਹਾਂ? ਅਖੀਰ ਇਹ ਚੱਲ ਕੀ ਰਿਹਾ? ਮੈਨੂੰ ਕੋਈ ਸੱਚ ਦੱਸੇਗਾ? ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੀ, ਕਿਰਪਾ ਕਰਕੇ ਮੇਰਾ ਵਿਆਹ ਬਚਾ ਲਓ। ਮੇਰੀ ਗਲਤੀ ਸਿਰਫ ਇੰਨੀ ਹੀ ਹੈ ਕਿ ਮੈਂ ਆਪਣੇ ਅਤੀਤ ਨੂੰ ਭੁੱਲ ਕੇ ਅੱਗੇ ਦੀ ਜ਼ਿੰਦਗੀ ਵਿੱਚ ਕਦਮ ਰੱਖਿਆ ਅਤੇ ਓਬਰਾਏ ਨਾਲ ਵਿਆਹ ਕਰਾ ਲਿਆ। ਮੈਨੂੰ ਰੋਂਦਾ ਬਿਲਕਦਾ ਦੇਖ ਮੇਰੀ ਸੱਸ ਨੂੰ ਮੇਰੇ ਉੱਤੇ ਤਰਸ ਆ ਗਿਆ। ਉਹ ਮੇਰੇ ਕੋਲ ਆਈ ਤੇ ਮੈਨੂੰ ਗਲ ਲਾ ਕੇ ਦਿਲਾਸਾ ਦੇਣ ਲੱਗੀ। ਇਹ ਓਬਰਾਏ ਨੂੰ ਦੱਸਣ ਲੱਗੀ ਤੇ ਕਹਿਣ ਲੱਗੀ ਕਿ ਇਹ ਕੁੜੀ ਸੱਚ ਕਹਿ ਰਹੀ ਆ। ਸਾਲਾਂ ਪਹਿਲਾਂ ਜਦੋਂ ਅਸੀਂ ਤੈਨੂੰ ਸ਼ਹਿਰ ਭੇਜ ਦਿੱਤਾ ਸੀ ਤਾਂ ਇਸ ਪਿੰਡ ਵਿੱਚ ਇੱਕ ਅਜੀਬ ਹੀ ਅਸੂਲ ਸੀ। ਮਾਤਾ ਪਿਤਾ ਆਪਣੇ ਬੱਚਿਆਂ ਦਾ ਬਚਪਨ ਵਿੱਚ ਹੀ ਵਿਆਹ ਕਰਾ ਦਿੰਦੇ ਸਨ। ਖਾਸ ਕਰਕੇ ਕੁੜੀਆਂ ਦੇ ਮਾਤਾ ਪਿਤਾ ਆਪਣੇ ਸਿਰ 'ਤੇ ਬੋਝ ਨੂੰ ਘੱਟ ਕਰਨ ਲਈ ਆਪਣੀ ਕੁੜੀ ਦਾ ਵਿਆਹ ਬਚਪਨ ਵਿੱਚ ਹੀ ਕਰਾ ਦਿੰਦੇ ਸਨ। ਇਸ ਕੁੜੀ ਦਾ ਬਚਪਨ ਵਿੱਚ ਹੀ ਵਿਆਹ ਕਰ ਦਿੱਤਾ ਸੀ, ਪਰ ਜਦੋਂ ਬੱਚੇ ਜਵਾਨ ਹੁੰਦੇ ਸੀ ਤਾਂ ਉਹ ਇਸ ਬਚਪਨ ਦੇ ਵਿਆਹ ਨੂੰ ਮੰਨਣ ਤੋਂ ਮਨਾ ਕਰ ਦਿੰਦੇ ਸੀ। ਜੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਨਾਲ ਜ਼ਬਰਦਸਤੀ ਕਰਦੇ ਤਾਂ ਉਹ ਤੰਗ ਆ ਕੇ ਘਰ ਛੱਡ ਕੇ ਚਲੇ ਜਾਂਦੇ ਸੀ, ਫਿਰ ਆਪਣੀ ਪਤਨੀ ਨੂੰ ਤਲਾਕ ਦੇ ਦਿੰਦੇ ਨੇ। ਇਸੇ ਤਰ੍ਹਾਂ ਰਾਜੀਵ ਅਤੇ ਰਜਨੀ ਨਾਲ ਵੀ ਕਿਸਮਤ ਨੇ ਇਹ ਖੇਡ ਖੇਡਿਆ। ਇਹਨਾਂ ਦਾ ਬਚਪਨ ਵਿੱਚ ਹੀ ਵਿਆਹ ਹੋ ਗਿਆ ਸੀ, ਪਰ ਰਾਜੀਵ ਨੇ ਘਰ ਤੋਂ ਭੱਜ ਕੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਇਹ ਵਿਚਾਰੀ ਕਿਸਮਤ ਦੀ ਮਾਰੀ ਰਾਜੀਵ ਦਾ ਇੰਤਜ਼ਾਰ ਕਰਦੀ ਰਹੀ। ਪਿੰਡ ਵਾਲਿਆਂ ਨੇ ਇਹਨਾਂ ਨੂੰ ਤਾਨੇ ਦੇ ਕੇ ਇਸ ਦਾ ਜੀਣਾ ਹਰਾਮ ਕਰ ਦਿੱਤਾ। ਇੱਥੋਂ ਤੱਕ ਕਿ ਇਸ ਦੀ ਖੁਦ ਘਰ ਵਾਲਿਆਂ ਨੇ, ਰਿਸ਼ਤੇਦਾਰਾਂ ਨੇ ਇਸ ਦਾ ਸਾਥ ਨਹੀਂ ਦਿੱਤਾ। ਇਹ ਸਾਡੇ ਘਰ ਆ ਗਈ, ਪਰ ਇੱਥੇ ਵੀ ਇਸ ਨੂੰ ਚੈਨ ਨਾਲ ਜੀਣ ਨਹੀਂ ਦਿੱਤਾ ਤੇ ਕੁਝ ਦਿਨਾਂ ਬਾਅਦ ਰਾਜੀਵ ਨੇ ਵੀ ਇਸ ਨੂੰ ਭੁਲਾ ਦਿੱਤਾ ਤੇ ਕਹਿਣ ਲੱਗਿਆ, ਮੇਰਾ ਇਸ ਨਾਲ ਕੋਈ ਰਿਸ਼ਤਾ ਨਹੀਂ ਹੈ ਤੇ ਅਸੀਂ ਇਸ ਕੁੜੀ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ। ਇਹ ਵਿਚਾਰੀ ਥਾਂ ਥਾਂ ਦੀਆਂ ਠੋਕਰਾਂ ਖਾਂਦੀ ਰਹੀ। ਫਿਰ ਮੈਂ ਓਬਰਾਏ ਨੂੰ ਅੱਗੇ ਦਾ ਸੱਚ ਦੱਸਿਆ ਕਿ ਉਸ ਦੇ ਬਾਅਦ ਮੇਰੀ ਮਾਂ ਨੇ ਮੈਨੂੰ ਭੂਆ ਕੋਲ ਸ਼ਹਿਰ ਭੇਜ ਦਿੱਤਾ ਤੇ ਮੈਨੂੰ ਆਪਣੀ ਕਸਮ ਦਿੱਤੀ ਕਿ ਮੈਂ ਆਪਣੇ ਅਤੀਤ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਜਾਵਾਂ ਤੇ ਕਦੇ ਵੀ ਇਸ ਸੱਚ ਨੂੰ ਕਿਸੇ ਸਾਹਮਣੇ ਨਹੀਂ ਦੱਸਾਂਗੀ। ਓਬਰਾਏ ਕਹਿਣ ਲੱਗਿਆ ਕਿ ਤੂੰ ਇੰਨਾ ਵੱਡਾ ਸੱਚ ਮੇਰੇ ਤੋਂ ਲੁਕੋਇਆ। ਇਹ ਸਾਰੇ ਲੋਕ ਤੇਰੇ ਦੋਸ਼ੀ ਹਨ, ਪਰ ਤੂੰ ਮੇਰੀ ਗੁਨਾਹਗਾਰ ਹੈ। ਤੂੰ ਮੈਨੂੰ ਕੁਝ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ। ਮੈਂ ਤੈਨੂੰ ਸੱਚਾ ਪਿਆਰ ਕੀਤਾ ਤੇ ਤੂੰ ਮੇਰੀ ਭਾਬੀ ਦੀ ਪਹਿਲੀ ਪਤਨੀ ਹੈ, ਭਰਾ ਦੀ ਪਹਿਲੀ ਪਤਨੀ ਹੈ। ਇਹ ਸਭ ਜਾਣ ਕੇ ਤੂੰ ਮੇਰੇ ਨਾਲ ਕਿਵੇਂ ਰਹਿ ਸਕਦੀ ਸੀ? ਤੂੰ ਆਪਣੇ ਨਾਲ ਮੈਨੂੰ ਵੀ ਇਸ ਪਾਪ ਦਾ ਹਿੱਸੇਦਾਰ ਬਣਾ ਲਿਆ। ਜਦੋਂ ਤੇਰਾ ਪਹਿਲਾਂ ਵਿਆਹ ਹੋ ਗਿਆ ਸੀ ਤਾਂ ਤੂੰ ਮੇਰੇ ਨਾਲ ਵਿਆਹ ਕਿਉਂ ਕਰਾਇਆ? ਇਹ ਸੁਣ ਕੇ ਮੈਂ ਰਾਜੀਵ ਵੱਲ ਦੇਖਿਆ। ਉਹ ਚਮਕਣ ਲੱਗਿਆ ਤੇ ਬਹੁਤ ਘਬਰਾਇਆ। ਮੇਰੇ ਤੇ ਰਾਜੀਵ ਦੇ ਇਲਾਵਾ ਰੀਮਾ ਵੀ ਸਾਰਾ ਕੁਝ ਜਾਣਦੀ ਸੀ। ਮੈਂ ਰੀਮਾ ਨੂੰ ਘੂਰ ਕੇ ਦੇਖਿਆ। ਇੰਨੀ ਦੇਰ ਵਿੱਚ ਰਾਜੀਵ ਦੀ ਪਤਨੀ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ, ਇਹ ਸਭ ਕੀ ਚੱਲ ਰਿਹਾ? ਤੂੰ ਮੈਨੂੰ ਧੋਖਾ ਦਿੱਤਾ, ਧੋਖੇ ਨਾਲ ਮੇਰੇ ਨਾਲ ਵਿਆਹ ਕੀਤਾ। ਹੁਣ ਮੈਂ ਤੈਨੂੰ ਤਲਾਕ ਦੇਵਾਂਗੀ। ਰੀਮਾ ਰੋਣ ਲੱਗੀ ਤੇ ਕਹਿਣ ਲੱਗੀ ਕਿ ਤੁਸੀਂ ਸਾਰੇ ਮੈਨੂੰ ਮਾਫ਼ ਕਰ ਦਿਓ, ਸਾਰੀ ਗਲਤੀ ਮੇਰੀ ਹੈ। ਮੈਂ ਸ਼ੁਰੂ ਵਿੱਚ ਹੀ ਭਾਬੀ ਦਾ ਮੂੰਹ ਦੇਖ ਲਿਆ ਸੀ ਤੇ ਉਸ ਨੂੰ ਪਹਿਚਾਣ ਲਿਆ ਸੀ ਤੇ ਉਸ ਦਾ ਸਾਰਾ ਸੱਚ ਘਰ ਵਾਲਿਆਂ ਦੇ ਸਾਹਮਣੇ ਲਿਆ ਕੇ ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ। ਮੈਂ ਰੀਮਾ ਨੂੰ ਦੇਖਣ ਲੱਗੀ ਤੇ ਸੋਚਣ ਲੱਗੀ ਕਿ ਪਤਾ ਨਹੀਂ ਇਹ ਕਿਹੜਾ ਸੱਚ ਦੱਸਣ ਵਾਲੀ ਆ। ਉਹ ਕਹਿਣ ਲੱਗੀ ਕਿ ਰਜਨੀ ਭਾਬੀ ਦਾ ਭਰਾ ਤੇ ਮੈਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਵਿਆਹ ਕਰਨਾ ਚਾਹੁੰਦੇ ਸੀ, ਪਰ ਰਾਜੀਵ ਅਤੇ ਰਜਨੀ ਦੇ ਵਿਆਹ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ। ਇਹਨਾਂ ਦੋਹਾਂ ਦੀ ਵਜ੍ਹਾ ਨਾਲ ਸਾਡਾ ਵਿਆਹ ਨਹੀਂ ਹੋ ਸਕਿਆ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਦੇਖਿਆ ਤਾਂ ਮੇਰੇ ਦਿਲ ਵਿੱਚ ਸਾਲਾਂ ਪੁਰਾਣੀ ਨਫ਼ਰਤ ਜਾਗ ਪਈ। ਮੈਂ ਸੋਚ ਲਿਆ ਸੀ ਕਿ ਮੈਂ ਇਸ ਤੋਂ ਬਦਲਾ ਲੈ ਕੇ ਰਹਾਂਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਸ ਇੱਕ ਗਲਤੀ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਕਿਰਪਾ ਕਰਕੇ ਤੁਸੀਂ ਸਾਰੇ ਮੈਨੂੰ ਮਾਫ਼ ਕਰ ਦੇਵੋ। ਇੰਨੇ ਨੂੰ ਰਾਜੀਵ ਬੋਲਿਆ ਕਿ ਇਸ ਵਿੱਚ ਰਜਨੀ ਦੀ ਵੀ ਕੋਈ ਗਲਤੀ ਨਹੀਂ ਹੈ। ਜਦੋਂ ਮੈਂ ਵਿਆਹ ਕਰਵਾਉਣਾ ਸੀ ਤਾਂ ਮੈਂ ਰਜਨੀ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸੀ। ਹੁਣ ਇਹ ਮੇਰੀ ਪਤਨੀ ਨਹੀਂ ਹੈ, ਇਹ ਤੁਹਾਡੀ ਹੀ ਪਤਨੀ ਹੈ। ਬਸ ਕਿਸਮਤ ਨਹੀਂ ਸਾਡੀ ਨਾਲ ਇਹ ਖੇਡ ਖੇਡਿਆ ਹੈ।
ਇਹ ਸਿਰਫ ਬਜ਼ੁਰਗਾਂ ਦੇ ਕਾਰਨ ਹੋਇਆ। ਉਹਨਾਂ ਨੇ ਸਾਡੇ ਬਚਪਨ ਵਿੱਚ ਵਿਆਹ ਕਰਵਾ ਦਿੱਤਾ ਤੇ ਇਹ ਮੇਰੀ ਪਤਨੀ ਵੱਜਣ ਲੱਗੀ। ਪਰ ਹੁਣ ਮੇਰਾ ਰਜਨੀ ਨਾਲ ਕੋਈ ਰਿਸ਼ਤਾ ਨਹੀਂ। ਜੇ ਰਿਸ਼ਤਾ ਹੈ ਤਾਂ ਮੇਰਾ ਇੱਕ ਜੇਠ ਦਾ ਰਿਸ਼ਤਾ ਹੈ। ਫਿਰ ਰਜਨੀ ਨੇ ਕਿਹਾ ਕਿ ਵਿਕਰਮ, ਮੈਂ ਤੈਨੂੰ ਦੱਸ ਤਾਂ ਦਿੰਦੀ, ਪਰ ਮੇਰੀ ਮਾਂ ਦੀ ਦਿੱਤੀ ਹੋਈ ਕਸਮ ਨੇ ਮੈਨੂੰ ਹੁਣ ਤੱਕ ਚੁੱਪ ਕਰਾ ਕੇ ਰੱਖਿਆ। ਮੇਰੇ ਸੱਸ ਸਹੁਰੇ ਨੇ ਵੀ ਮੇਰੇ ਤੋਂ ਮਾफ़ੀ ਮੰਗੀ। ਉਸ ਟਾਈਮ ਤੇਰੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਹੁਣ ਅਸੀਂ ਇਹ ਪਿੰਡ ਵਿੱਚ ਹੋਣ ਵਾਲੇ ਰੀਤੀ ਰਿਵਾਜਾਂ ਨੂੰ ਖਤਮ ਕਰ ਦੇਵਾਂਗੇ ਤਾਂ ਕਿ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਸਕੇ। ਵਿਕਰਮ ਨੇ ਆਪਣੇ ਪਿੰਡ ਜਾ ਕੇ ਸਾਰਿਆਂ ਨੂੰ ਸਮਝਾਇਆ ਤੇ ਇਸ ਰਿਵਾਜ ਨੂੰ ਖਤਮ ਕਰ ਦਿੱਤਾ ਤੇ ਆਉਣ ਵਾਲੀਆਂ ਨਸਲਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਹੋਣ ਤੋਂ ਬਚਾ ਲਿਆ। ਪਿੰਡ ਵਾਲਿਆਂ ਦੀ ਸੋਚ ਬਦਲ ਕੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਧਿਆਨ ਦੇਣ ਨੂੰ ਕਿਹਾ। ਪੁਰਾਣੇ ਅਤੇ ਬੇਬੁਨਿਆਦ ਰੀਤੀ ਰਿਵਾਜ ਇਨਸਾਨ ਦੀ ਜ਼ਿੰਦਗੀ ਨੂੰ ਖਰਾਬ ਕਰਕੇ ਰੱਖ ਦਿੰਦੇ ਹਨ। ਅਸੀਂ ਆਪਣਾ ਅਤੀਤ ਕਿੰਨਾ ਵੀ ਭੁਲਾਉਣ ਦੀ ਕੋਸ਼ਿਸ਼ ਕਰੀਏ, ਇੱਕ ਦਿਨ ਉਹ ਸਾਡੇ ਸਾਹਮਣੇ ਆ ਹੀ ਜਾਂਦਾ ਹੈ। ਕਿਸਮਤ ਦਾ ਲਿਖਿਆ ਕੋਈ ਨਹੀਂ ਬਦਲ ਸਕਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।